ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਰਿਵਾਰਕ ਮੁਲਾਕਾਤ ਮੁਹਿੰਮ ਦੀ ਲੁਧਿਆਣਾ ਜੇਲ੍ਹ ਦੇ ਵਿੱਚ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਨੇ ਭਾਜਪਾ ਦੇ ਉੱਤੇ ਜੰਮ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਾਜਪਾ ਲੀਡਰਾਂ ਦੇ ਨਾਂ ਦਾ ਜਲਦ ਖੁਲਾਸਾ ਹੋਵੇਗਾ ਜੋ ਖਰੀਦੋ ਫਰੋਖਤ ਕਰਦੇ ਨੇ। ਜ਼ਿਕਰਯੋਗ ਹੈ ਕਿ ਇਸ ਮੌਕੇ ਉਹਨਾਂ ਨੇ ਪੈਟਰੋਲ ਪੰਪ ਦੀ ਵੀ ਸ਼ੁਰੂਆਤ ਕੀਤੀ, ਉਸ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਵੱਲੋਂ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ। ਲੁਧਿਆਣਾ ਤੋਂ ਅੱਜ ਦੀ ਆਵਾਜ਼ ਦੇ ਲਈ ਪੱਤਰਕਾਰ ਰਾਜੀਵ ਵਿੱਕੀ ਦੀ ਰਿਪੋर्ट। मैं एक थानू पहला वैसे भी ऑफ द रिकॉर्ड इनवाइट भी कर रहे हैं। आओ उत्थे चाह पानी का बंदोबस्त भी है, धुप्पे खड़े हो तुसीं, उत्थे टेंट लगा, देखो थानू मैं चाह पिलाऊंगा। साडे जेल में एक बारी चाह पियो, बिस्कुट खाओ। तो एक सर जेल के बारे में बता दीजिए। आज की शुरुआत की गई है। ਅੱਜ ਤੁਹਾਨੂੰ ਜਿਵੇਂ ਆਪ ਸਭ ਜਾਣਦੇ ਹੋ जेल महकमे ਦੇ ਵਿੱਚ ਜਦੋਂ ਦਾ ਮੇਰੇ ਕੋਲ ਇਹ ਮਹਿਕਮਾ ਆਇਆ ਤੇ ਜਦੋਂ ਦੀ ਮਾਨ ਸਰਕਾਰ ਆਈ ਹੈ ਓਕੇ ਲਗਾਤਾਰ ਹੀ ਸੁਧਾਰ ਹੋ ਰਿਹਾ। ਸੁਧਾਰ ਘਰਾਂ ਦੇ ਵਿੱਚ ਤੇ ਜੋ ਸਾਡਾ ਪਹਿਲੇ ਦਿਨ ਟੀਚਾ ਸੀ ਕਿ ਸੁਧਾਰ ਘਰਾਂ ਨੂੰ ਅਸਲ ਮਾਇਨੇ ਸੁਧਾਰ ਘਰ ਬਣਾਉਣੇ ਆ, ਉਸ ਵੱਲ ਹਰ ਰੋਜ਼ ਕੋਈ ਨਾ ਕੋਈ ਨਵੀਂ ਪਹਿਲ ਕਦਮੀ ਹੋ ਰਹੀ ਹੈ। ਅੱਜ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਵਿੱਚ ਮੈਂ ਖੁਦ ਲੁਧਿਆਣੇ ਪਹੁੰਚਿਆ ਤੇ ਸਾਰੀਆਂ 23 ਜੇਲ੍ਹਾਂ ਦੇ ਵਿੱਚ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ ਜਿਸ ਦਾ ਨਾਮ ਹੈ ਗਲਵੱਕੜੀ ਮੁਹਿੰਮ। ਇਸ ਦੇ ਵਿੱਚ ਪਰਿਵਾਰ ਵਾਲੇ ਅੱਗੇ ਜਦੋਂ ਕਿਸੇ ਨੂੰ ਮਿਲਣ ਆਉਂਦੇ ਸੀ ਕੈਦੀ ਨੂੰ ਸਿਰਫ ਸਲਾਖਾਂ ਦੇ ਪਿੱਛੋਂ ਮਿਲ ਸਕਦੇ 2-4-5 ਮਿੰਟ ਦੇ ਲਈ। ਪਹਿਲੀ ਵਾਰੀ ਹੋਇਆ ਜੀ ਕਿ ਉਹ 1 ਘੰਟਾ ਪਰਿਵਾਰ ਦੇ ਸਾਰੇ ਮੈਂਬਰ 5 ਮੈਂਬਰ ਅੰਦਰ ਕੈਦੀ ਨਾਲ ਖਾਣਾ ਖਾ ਸਕਦੇ ਆ, ਆਪਣੇ ਬੱਚਿਆਂ ਨੂੰ ਮਿਲ ਸਕਦੇ, ਬੱਚੇ ਆਪਣੇ ਪਿਤਾ ਨੂੰ ਮਿਲ ਸਕਦੇ ਆ, ਮਾਂ ਆਪਣੀ ਪੁੱਤ ਨੂੰ ਮਿਲ ਸਕਦੀ, ਭੈਣ ਆਪਣੇ ਭਾਈ ਨੂੰ ਮਿਲ ਸਕਦਾ। ਤੇ ਮੈਂ ਖੁਦ ਅੰਦਰ ਜਾ ਕੇ ਦੇਖਿਆ ਤਾਂ ਬੜਾ ਹੀ ਉਹ ਇਮੋਸ਼ਨਲ ਪਲ ਹੁੰਦੇ ਆ। ਤੇ ਇੱਦਾਂ ਦੇ ਕਈ ਕੈਦੀ ਜਿਹੜੇ 5 ਸਾਲ ਬਾਅਦ ਇੱਕ ਮਾਂ ਆਪਣੀ ਪੁੱਤ ਨੂੰ ਮਿਲੀ ਗਲੇ ਲੱਗ ਕੇ। ਇਹਦੇ ਕਈ ਪੋਜ਼ੀਟਿਵ ਪ੍ਰਭਾਵ ਇਹ ਜਾਣਗੇ। ਜਿਹੜਾ ਕੈਦੀ ਜੇਲ੍ਹ ਦੇ ਵਿੱਚ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦਾ, ਉਸ ਨੂੰ ਦੁਬਾਰਾ ਪਰਿਵਾਰ ਦੀ ਮਹੱਤਤਾ ਦਾ ਪਤਾ ਲੱਗਦਾ, ਉਹ ਕੋਈ ਗਲਤ ਕੰਮ ਨਹੀਂ ਕਰੂਗਾ। ਅਸੀਂ ਰੂਲ ਇਹ ਬਣਾਇਆ ਕਿ ਜਿਹੜੇ ਕੈਦੀ ਜੇਲ੍ਹ ਦੇ ਵਿੱਚ ਵਧੀਆ ਗੁੱਡ ਕੰਡਕਟ ਦਿਖਾਉਣਗੇ, ਕੋਈ ਜੇਲ੍ਹ ਕ੍ਰਾਈਮ ਨਹੀਂ ਕਰਨਗੇ, ਮੋਬਾਈਲ ਨਹੀਂ ਵਰਤਦੇ, ਕੋਈ ਹੋਰ ਓਬੇ ਕਰਦੇ ਨੇ ਸਾਰੇ ਆਰਡਰਸ, ਉਹਨਾਂ ਨੂੰ ਅਸੀਂ ਪਹਿਲ ਦੇਵਾਂਗੇ। ਪਰਿਵਾਰ ਵਾਲੇ ਬਾਹਰੋਂ ਵੀ ਅਪਲਾਈ ਕਰ ਸਕਦੇ, ਕੈਦੀ ਅੰਦਰੋਂ ਅਪਲਾਈ ਕਰ ਸਕਦਾ। ਗੈਂਗਸਟਰਸ ਹਾਈ ਰਿਸਕ ਪ੍ਰਿਜ਼ਨਰਸ ਦੇ ਉੱਤੇ ਇਹ ਵਾਲੀ ਜਿਹੜੀ ਸਕੀਮ ਹੈ ਲਾਗੂ ਨਹੀਂ ਹਵਾਲਾਤੀ ਤੇ ਵੀ ਲਾਗੂ ਹੈ। ਮੈਂ ਦੱਸ ਦੇਵਾਂ ਉਹਨਾਂ ਲੋਕਾਂ ਨੂੰ ਪਹਿਲ ਦਿੱਤੀ ਜਾਊਗੀ ਜਿਹੜੇ ਪੇਰੋਲ ਤੇ ਨਹੀਂ ਜਾਂਦੇ, ਜਿਨ੍ਹਾਂ ਨੂੰ ਮਿਲਣ ਘੱਟ ਲੋਕ ਆਉਂਦੇ ਆ, ਜਿਹੜੇ 3 ਮਹੀਨੇ ਤੋਂ ਵੱਧ ਉਹਨਾਂ ਨੂੰ ਸਜ਼ਾ 3 ਮਹੀਨੇ ਤੋਂ ਵੱਧ ਅੰਦਰ ਰਹਿ ਗਏ ਸਮਾਂ ਹੋ ਚੁੱਕਿਆ, ਉਹਨਾਂ ਨੂੰ ਪਹਿਲ ਦਿੱਤੀ। ਖੁਲਾਸਾ ਹੈ ਕਿ ਹਾਲੇ ਤੱਕ ਜੈਮਰ ਨਹੀਂ ਲੱਗੇ 2000। ਸਰ ਮੈਂ ਤੁਹਾਨੂੰ ਬਾਰ ਦੱਸ ਦੇਵਾਂ ਜੀ, ਇਹ ਫਿਰ ਨਲਾਇਕੀ ਆ ਉਹਨਾਂ ਦੀ, ਤੇ ਬਟ ਤੁਹਾਨੂੰ ਅਸੀਂ ਦੱਸ ਦਈਏ ਕਿ ਵਿਦਿਨ ਟਾਈਮ ਬਾਉਂਡ, ਕਿਉਂਕਿ ਦਿੱਕਤ ਇਹ ਜੈਮਰਸ ਨੂੰ ਕਹਿਣਾ ਬਹੁਤ ਸੌਖਾ ਹੈ। ਹੁਣ ਹਾਈ ਕੋਰਟ ਕਹਿੰਦੇ ਕਿ 4G ਲਾ ਦਿਓ, ਜਦ ਕਿ ਪਤਾ ਕਿ ਦੀਵਾਲੀ 'ਚ 5G ਆ ਰਹੇ ਆ ਤੇ ਮੋਦੀ ਸਾਹਿਬ ਆਲਰੇਡੀ 6G ਦੀ ਵੀ ਗੱਲ ਕਰ ਚੁੱਕੇ ਆ। ਸੋ ਅਸੀਂ ਬੈਸਟ ਟੈਕਨੋਲੋਜੀ RF ਟੈਕਨੋਲੋਜੀ ਆ ਗਈ ਲੇਟੈਸਟ। ਕੋਲ ਜੈਮਰ ਲਾਣਾ ਵੀ ਇਕੱਲਾ ਹੱਲ ਨਹੀਂ, ਜੈਮਰ ਲਾਉਣ ਤੋਂ ਬਾਅਦ ਵੀ ਫੋਨ ਯੂਜ਼ ਹੁੰਦਾ ਯਾਰ। ਸੁਣ ਲਓ ਨਹੀਂ ਲਾਏ ਸਰ, ਜਦੋਂ ਤੁਹਾਨੂੰ ਕਹਿੰਦੇ 6 ਜੈਮਰ ਲੱਗਣੇ ਜਿਹੜੇ ਆ, ਤੇ ਨਾਲੇ ਮੈਨੂੰ ਜਵਾਬ ਦੇ ਲੈਣ ਦਿਓ। ਗੱਲ ਇਹ ਹੈ ਜੀ ਕਿ ਜਦੋਂ ਬੈਸਟ ਟੈਕਨੋਲੋਜੀ ਲੈ ਕੇ ਆਣੇ, ਈਵਨ ਆਫਟਰ ਜੈਮਰਸ ਦੇ ਆਰ ਬਲੈਕ ਸਪੌਟਸ, ਤਾਂ ਅਸੀਂ ਉਹ ਟੈਕਨੋਲੋਜੀ ਲੈ ਕੇ ਆਉਣਾ ਚਾਹੁੰਦੇ। ਪੰਜਾਬੀਆਂ ਦਾ ਪੈਸਾ ਲੱਗਣਾ 50 ਤੋਂ 100 ਕਰੋੜ ਰੁਪਏ ਲੱਗਣਾ, ਜਿਹਦੇ ਨਾਲ ਜੇਲ੍ਹ ਟੋਟਲੀ ਸੀਲ ਹੋ ਜਾਂਦਾ। ਉਹਦੇ ਉੱਤੇ ਬਾਰ-ਬਾਰ ਪ੍ਰੈਜੈਂਟੇਸ਼ਨਸ ਹੋ ਗਈ, RFPਆਂ ਆ ਗਈਆਂ ਨੇ, ਬਟ ਇੱਕ ਗਵਰਨਮੈਂਟ ਨੂੰ ਟੈਂਡਰ ਕਰਨ ਨੂੰ ਇੱਕ ਟਾਈਮ ਲੱਗਦਾ। ਸੋ ਬੇਸਿਲ ਆਪਣੀ ਪ੍ਰੈਜੈਂਟੇਸ਼ਨ ਦੇ ਕੇ ਗਈ ਹੈ, ECIL ਆਪਣੀ ਪ੍ਰੈਜੈਂਟੇਸ਼ਨ ਦੇ ਕੇ ਗਈ ਹੈ, 2 ਪ੍ਰਾਈਵੇਟ ਕੰਪਨੀਜ਼ ਆ ਕੇ ਆਪਣੀ ਪ੍ਰੈਜੈਂਟੇਸ਼ਨਸ ਦੇ ਕੇ ਗਈਆਂ। ਉਹ ਸਾਰੀ ਪ੍ਰੈਜੈਂਟੇਸ਼ਨਸ ਅਸੀਂ ਅਗਲੀ ਤਰੀਕ ਤੇ ਹਾਈ ਕੋਰਟ ਦੇ ਮੋਹਰੇ ਰੱਖ ਦੇਵਾਂਗੇ ਕਿ ਅਸੀਂ ਬੜੇ ਕਮਿਟਡ ਹਾਂ ਐਂਡ ਵਾਟ ਐਵਰ ਇਜ਼ ਦ ਬੈਸਟ ਟੈਕਨੋਲੋਜੀ, ਦੁਨੀਆ ਦੀ ਬੈਸਟ ਟੈਕਨੋਲੋਜੀ, ਉਹ ਅਸੀਂ ਪੰਜਾਬ ਦੀਆਂ ਜੇਲ੍ਹਾਂ 'ਚ ਇੰਪਲੀਮੈਂਟ ਕਰਾਂਗੇ। ਵਿਦਿਨ ਟਾਈਮ ਬਾਉਂਡ ਫੇਸ ਕਰਾਂਗੇ ਕਿ ਇਹ ਵਾਲੀ ਜੇਲ੍ਹ ਜਿੰਨੇ ਚਿਰ ਲੱਗ ਜੂਗਾ, ਇਹ ਵਾਲੀ ਜੇਲ੍ਹ ਜਿੰਨੇ ਚਿਰ ਪੰਜਾਬ ਪ੍ਰਿਜ਼ਨਸ ਦੀ ਜੀ ਵੈਬਸਾਈਟ ਹੈ, ਉਹਦੇ ਤੇ ਪਰਿਵਾਰ ਬਾਰੇ ਅਪਲਾਈ ਕਰ ਸਕਦੇ ਕੈਦੀ ਨੰਬਰ ਦੇ ਕੇ। ਹਾਂਜੀ, ਜੋ ਮੁਲਾਕਾਤ ਦੇ ਦਿਨ ਹੋਣਗੇ ਜੀ, ਜਿਵੇਂ ਜੇਲ੍ਹ 'ਚ 2 ਦਿਨ ਮੁਲਾਕਾਤ ਦੇ ਹੁੰਦੇ ਹਵਾਲਾ, ਤਾਂ ਉਹਦੇ ਵਿੱਚ 2-3 ਦਿਨ ਅਸੀਂ ਸਿਰਫ ਇਹਦੇ ਲਈ ਰੱਖਾਂਗੇ। ਤੇ ਦੂਜੀ ਗੱਲ ਇਹ ਹੈ ਜੀ, ਉਹਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਵੇਂ ਸਪੈਸ਼ਲੀ ਜਿਹੜੀ ਬਹੁਤ ਚੰਗੀ ਗੱਲ ਹੈ ਸਾਡੇ ਵੱਲੋਂ ਕੀਤੀ ਕਿ ਜਿਹੜੇ ਵੂਮਨ ਕੈਦੀ ਨੇ, ਜਿਹੜੇ ਜਨਾਨਾ ਜੇਲ੍ਹ 'ਚ ਸਾਡੇ ਕੋਲ ਇਨਮੇਟਸ ਨੇ, ਉਹਨਾਂ ਦੇ ਜੇ ਬੱਚੇ ਛੋਟੇ ਆ, ਜਿਵੇਂ ਇੱਥੇ ਸਾਡੇ ਕੋਲ 26 ਬੱਚੇ ਆ, ਉਹ ਤਾਂ ਜੇਲ੍ਹ 'ਚ ਰਹਿੰਦੇ ਨੇ, ਪਰ ਜਿਨ੍ਹਾਂ ਦੇ ਬੱਚੇ ਜੇਲ੍ਹ 'ਚ ਨਹੀਂ ਰਹਿੰਦੇ ਉਹਨਾਂ ਨੂੰ ਹਰ ਮਹੀਨੇ ਇੱਕ ਮੁਲਾਕਾਤ ਕੰਪਲਸਰੀ ਕਰਤੀ 1 ਘੰਟਾ, ਯਾਨੀ ਬੱਚਾ ਆਪਣੀ ਮਾਂ ਦੇ ਕੋਲ 1 ਘੰਟਾ ਰਹਿ ਸਕਦਾ ਹਰ ਮਹੀਨੇ। ਜਿਹੜੇ ਦੂਜੇ ਨੇ ਜੀ, ਉਹਨਾਂ ਨੂੰ 3 ਮਹੀਨੇ 'ਚ ਇੱਕ ਵਾਰੀ ਮੌਕਾ ਮਿਲੂਗਾ 1 ਘੰਟਾ ਆਪਣੇ ਪਰਿਵਾਰ ਨੂੰ ਬਿਤਾਉਣ ਵਾਲਾ। ਮੈਂ ਜਿਵੇਂ ਪਹਿਲਾਂ ਦੱਸਿਆ, ਹਾਈ ਰਿਸਕ ਪ੍ਰਿਜ਼ਨਰਸ, ਗੈਂਗਸਟਰਸ ਇਨਵੋਲਵ ਨਹੀਂ ਹੋਣਗੇ, ਉਹਨੂੰ ਇਹ ਮੌਕਾ ਨਹੀਂ ਮਿਲਦਾ। ਜਿਨ੍ਹਾਂ ਨੇ ਕੋਈ ਜੇਲ੍ਹ 'ਚ ਕ੍ਰਾਈਮ ਕੀਤਾ ਉਹ ਇਹਦਾ ਹਿੱਸਾ ਨਹੀਂ ਹੋਣਗੇ।
ਜਿਨ੍ਹਾਂ ਨੂੰ 3 ਮਹੀਨੇ ਤੋਂ ਬਾਅਦ ਸਜ਼ਾ ਹੋ ਚੁੱਕੀ ਰਹਿੰਦੇ ਹੋਏ ਹੈ ਉਹ ਇਹਦੇ ਚ ਇਨਵੋਲਵ ਹੈ। ਸਰ, ਇੱਕ ਵਿਧਾਇਕ ਕੈਦੀ ਆਪਣੇ ਜੋ ਸਿਸਟਮ ਮੁਲਾਕਾਤ ਸਰ ਤੋਂ ਅਪਲਾਈ ਕਰਦਾ ਸਰ ਇੱਕ ਵਿਧਾਇਕ ਦੀ ਖਰੀਦੋ ਫਰੋਖਤ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ, ਪਰ ਉਹ ਕਹਿੰਦੇ ਵੀ ਅਣਪਛਾਤੇ ਖਿਲਾਫ ਕੀਤਾ ਗਿਆ ਹੈ। ਬੀਜੇਪੀ ਦਾ ਕੋਈ ਨਾਮ ਨਹੀਂ, ਨਾ ਕਿਸੇ ਲੀਡਰ ਦਾ ਨਾਮ। ਮੈਂ ਤੁਹਾਨੂੰ ਦੱਸਦਾ, ਪਤਾ ਲੱਗ ਜੂਗਾ ਜੀ, ਨਾਮ ਸਭ ਤੇ ਆ ਜਾਣਗੇ। ਸਰ ਡੇਲੀ ਫੋਨ ਮਿਲਦੇ ਅੰਦਰੋਂ ਪਰਚਾ ਦਰਜ ਚੰਗੀ ਗੱਲ ਹੈ ਨਾ ਫਿਰ। ਸਰ ਚੰਗੀ ਗੱਲ ਇਹ ਤਾਂ ਹੈਗੀ ਹੈ, ਪਰ ਉਹਦੇ 'ਚ ਇਹ ਨਹੀਂ ਪਤਾ ਲੱਗ ਸਕਿਆ ਅੱਜ ਤੱਕ ਫੋਨ ਹੈ ਕਿਹਦੇ ਹੋ? ਸਰ ਜਿਹੜਾ ਸਿਮ ਨੇ ਤੁਹਾਨੂੰ ਇਹ ਭੁਲੇਖਾ ਜੀ, ਠੀਕ ਹੈ ਨਾ, ਤੁਹਾਨੂੰ ਇਹ ਭੁਲੇਖਾ, ਤੁਸੀਂ ਦੁਬਾਰਾ ਆਪਣੀ ਗੱਲ ਕਰੋ। ਸੀਪੀ ਨੂੰ ਦੇਣਾ ਵੀ ਸਰ, ਸੁਣ ਲਓ ਮੇਰੀ ਗੱਲ, ਸੁਣ ਲਓ ਮੇਰੀ ਗੱਲ। 3200 ਤੋਂ ਵੱਧ ਫੋਨ ਰਿਕਵਰ ਹੋਏ ਆ ਜੀ। ਇਸ ਸਾਲ ਦੀ ਰਿਕਵਰੀ 4000 ਪਾਰ ਕਰ ਚੁੱਕੀ ਹੈ। ਠੀਕ ਹੈ। ਪਟਿਆਲਾ ਜੇਲ੍ਹ ਲੀਡ ਕਰ ਰਹੀ ਹੈ। ਪਟਿਆਲਾ ਜੇਲ੍ਹ ਦੇ ਵਿੱਚ ਪਹਿਲੀ ਵਾਰੀ ਸਾਡੇ ਵੱਲੋਂ ਇਨਸਟਰਕਸ਼ਨਸ ਹੋ ਗਿਆ ਕਿ ਉਹਦੇ ਪੁਲਿਸ ਪਰਚਾ ਦਰਜ ਕਰਨ ਦੀ ਪਾਵਰ ਜੇਲ੍ਹ ਮੰਤਰੀ ਕੋਲ ਜਾਂ ਜੇਲ੍ਹ ਮਹਿਕਮੇ ਕੋਲ ਨਹੀਂ ਹੈ, ਉਹ ਪੁਲਿਸ ਨੇ ਕਰਨੀ। ਇਨਵੈਸਟੀਗੇਸ਼ਨ ਇਜ਼ ਅ ਪਾਵਰ ਆਫ ਪੁਲਿਸ। ਪਰ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਕਹਿ ਚੁੱਕਾ ਕਿ ਜਿਸ ਵੀ ਬੰਦੇ ਤੋਂ ਮੋਬਾਈਲ ਫੜਿਆ ਜਾਊਗਾ ਉੱਤੇ ਪਰਚਾ ਦਰਜ ਕਰਕੇ ਉਹਨੂੰ ਰਿਮਾਂਡ ਤੇ ਵੀ ਲੈਣਾ ਜੀ। ਤਾਂ ਇਸ ਵਕਤ ਜਿਹੜਾ ਪਟਿਆਲਾ ਜ਼ਿਲ੍ਹਾ ਹੈ, ਪਟਿਆਲਾ ਪੁਲਿਸ ਦੀ ਮੈਂ ਤਾਰੀਫ ਕਰੂੰਗਾ ਜੀ। ਪਟਿਆਲਾ ਜ਼ਿਲ੍ਹਾ ਨੰਬਰ 1 ਚੱਲ ਰਿਹਾ। ਉਹ ਹਰ ਕੈਦੀ ਜਿੱਥੋਂ ਫੋਨ ਫੜਿਆ ਜਾਂਦਾ ਉਹਨੂੰ ਪਰਚਾ ਵੀ ਦਰਜ ਕਰਦੇ, ਉਹਨੂੰ ਰਿਮਾਂਡ ਵੀ ਲੈਂਦੇ ਆ। ਜੋ ਗੱਲ ਤੁਸੀਂ ਕਹੀ, ਉਸ ਰਿਮਾਂਡ ਲੈਣ ਤੋਂ ਬਾਅਦ ਉਸ ਫੋਨ ਤੋਂ ਕਿਹਨੂੰ ਫੋਨ ਹੋਇਆ ਜੀ, ਸਾਡੇ ਵੱਲੋਂ ਇੱਕ ਐਸਓਪੀ ਗਈ ਹੈ ਇਹਨਾਂ ਨੂੰ, ਪੁਲਿਸ ਨੂੰ। ਹੁਣ ਕਈ ਜ਼ਿਲ੍ਹੇ ਵਾਲੇ ਤਾਂ ਕਰ ਰਹੇ ਆ, ਕਈ ਜ਼ਿਲ੍ਹਾ ਉਹਨਾਂ ਵਧੀਆ ਨਹੀਂ ਕਰ ਰਿਹਾ। ਉਹ ਆਪਣੇ ਬਹਾਨੇ ਮਾਰਦੇ ਜੀ, ਸਾਡੇ ਕੋਲ ਫੋਰਸ ਘੱਟ ਹੈ, ਪਰ ਅਸੀਂ ਇਹਨੂੰ ਇਨਸ਼ੋਰ ਕਰਾ ਰਹੇ ਹਾਂ। ਸੀਐਮ ਸਾਹਿਬ ਨੇ ਵੀ ਪਿੱਛੇ ਜੇ ਬਹੁਤ ਸਖਤੀ ਕੀਤੀ ਹੈ। ਉਹਦੇ 'ਚ ਕੀ ਹੋਊਗਾ, ਜਿੱਥੋਂ ਫੋਨ ਫੜਿਆ ਜਾਵੇ ਉਸ ਫੋਨ ਦੇ ਪਰਚਾ ਹੋਊਗਾ, ਉਸ ਬੰਦੇ ਨੂੰ ਰਿਮਾਂਡ ਤੇ ਰੱਖਿਆ ਜਾਊਗਾ। ਉਸ ਫੋਨ ਤੋਂ ਕਿਹਨੂੰ ਫੋਨ ਹੋਇਆ ਉਹਦੀ ਤਹਿਕੀਕਾਤ ਹੋਊਗੀ। ਉਹ ਸਿਮ ਕਿੱਥੋਂ ਪਰਚੇਜ਼ ਹੋਇਆ ਉਹ ਵੀ ਬੁੱਕ ਹੋਊਗਾ ਬੰਦਾ। ਯਾਨੀ ਜਿਹੜਾ ਬੰਦਾ ਫੋਨ ਭੇਜਦਾ ਸੀ ਉਹ ਵੀ ਹੁਣ ਜੇਲ੍ਹ 'ਚ ਹੀ ਨਾਲ ਆ ਕੇ ਉਹਨਾਂ ਦੇ ਬੈਠੂਗਾ। ਇਹ ਸਾਰਾ ਸਿਸਟਮ ਹੈ। ਕਈ ਜ਼ਿਲ੍ਹੇ ਬਹੁਤ ਵਧੀਆ ਕੰਮ ਕਰ ਰਹੇ ਨੇ, ਪਟਿਆਲਾ ਬਹੁਤ ਵਧੀਆ ਕੰਮ ਕਰ ਰਿਹਾ, ਰੋਪੜ ਵਧੀਆ ਕੰਮ ਕਰ ਰਿਹਾ, ਫਰੀਦਕੋਟ ਦੇ ਵਿੱਚ ਬਹੁਤ ਸ਼ਾਨਦਾਰ ਕੰਮ ਹੋ ਰਿਹਾ। ਕਈ ਜ਼ਿਲ੍ਹੇ ਪਿੱਛੇ ਨੇ, ਪਰ ਅਸੀਂ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਲਿਖ ਕੇ ਦੁਬਾਰਾ ਪਰ ਇਨਸ਼ੋਰ ਕਰਾਵਾਂਗੇ ਕਿ ਹਰ ਕੇਸ ਦੇ ਵਿੱਚ ਜਿੱਥੇ ਫੋਨ ਫੜਿਆ ਜਾਵੇ ਪਰਚੇ ਦੇ ਨਾਲ ਰਿਮਾਂਡ ਤੇ ਲੈਣਾ ਬੰਦੇ ਨੂੰ ਬਹੁਤ ਜ਼ਰੂਰੀ ਹੈ। ਜੋ ਜੀ ਮਾਈਨਿੰਗ ਨੂੰ ਲੈ ਕੇ, ਇਲੀਗਲ ਮਾਈਨਿੰਗ ਨੂੰ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਨੇ। ਕੀ ਸਵਾਲ ਹੈ ਦੱਸੋ? ਤੇ ਆਪਣਾ ਕੋਰਟ ਵੱਲੋਂ ਵੀ ਆਰਡਰ ਪਾਸ ਹੋ ਗਏ ਨੇ ਕਿ ਕਈ ਮਾਈਨਿੰਗ ਦੇ ਜਿਹੜੇ ਹੈਗੇ ਨੇ ਕੱਟ ਉਹ ਬੰਦ ਕਰ ਦਿੱਤੇ। ਬਿਲਕੁਲ ਗਲਤ ਗੱਲ ਹੈ ਜੀ, ਮਿਸ ਇਨਫੋਰਮਡ। ਪਹਿਲੀ ਗੱਲ ਤੁਸੀਂ ਕਹਿੰਦੇ ਸਵਾਲ, ਮੈਂ ਕਿਹਾ ਸਵਾਲ ਪੁੱਛੋ ਮਾਈਨਿੰਗ ਇਲੀਗਲ ਮਾਈਨਿੰਗ। ਮੈਨੂੰ ਇੱਕ ਖੱਡ ਪੰਜਾਬ 'ਚ ਇੱਕ ਸੈਂਸ ਸੁਣ ਲਓ ਸਰ। रेता जो बहुत महंगा हो ਰੇਤਾ ਮਹਿੰਗਾ ਹੋ ਗਿਆ ਕਿਉਂਕਿ ਐਨਜੀਟੀ ਦੀ ਗਾਈਡਲਾਈਨ ਹੈ 3 ਮਹੀਨੇ ਪੰਜਾਬ ਦੇ ਵਿੱਚ ਤੇ ਪੂਰੇ ਦੇਸ਼ ਦੇ ਵਿੱਚ ਜਦੋਂ ਮੌਨਸੂਨ ਸੀਜ਼ਨ ਹੁੰਦਾ ਉਦੋਂ ਮਾਈਨਿੰਗ ਨਹੀਂ ਹੋ ਸਕਦੀ। ਬੜੀ ਬੇਸਿਕ ਗੱਲ ਹੈ। ਜਦੋਂ ਮਾਈਨਿੰਗ ਹੋ ਹੀ ਨਹੀਂ ਸਕਦੀ ਤਾਂ ਮਹਿੰਗਾ ਹੋਊਗਾ। 1 ਅਕਤੂਬਰ ਤੋਂ ਸਪਲਾਈ ਕਰਨਾ ਸਾਡਾ ਹੈ। ਦੂਜੀ ਗੱਲ ਹੈ ਸਾਡੀ ਅਸੀਂ ਇਹ ਹੈ ਕਿ ਮੈਂ ਓਪਨਲੀ ਕਹਿੰਦਾ, ਰਾਤ ਬਰਾਤੇ ਮੈਂ ਹਮੇਸ਼ਾ ਇਹ ਨਹੀਂ ਮੈਂ ਕਹਿੰਦਾ ਬਿਲਕੁਲ ਇਲੀਗਲ ਮਾਈਨਿੰਗ ਬੰਦ ਹੋ ਗਈ ਪੰਜਾਬ 'ਚ, ਬਟ ਮੈਂ ਕਹਿੰਦਾ 90% ਕੰਟਰੋਲ ਹੈ। ਹੁਣ ਰਾਤ ਨੂੰ ਕੋਈ 2 ਟਰਾਲੀਆਂ ਕੱਢ ਲਵੇ, 2 ਟਿੱਪਰ, ਇੱਕ ਓਪਨ ਖੱਡ ਦਿਖਾ ਦਿਓ, ਇੱਕ ਓਪਨ ਖੱਡ ਦਿਖਾ ਦਿਓ ਪੰਜਾਬ। ਦੂਜੀ ਗੱਲ ਹੈ ਸਾਲ ਬਾਅਦ ਮੇਰਾ ਰਿਕਾਰਡ ਬਣੂਗਾ, ਕਿੰਨਾ ਰੈਵਨਿਊ ਇਕੱਠਾ ਹੋਇਆ, ਕਿੰਨੀ ਮਾਈਨਿੰਗ ਆਈ। ਮਾਈਨਿੰਗ ਮਾਫੀਆ ਹੋਰ ਤੰਤਰ ਸਭ ਚਾਹੁੰਦੇ ਕਿ ਫੇਲ ਹੋ ਜਾਵੇ, ਭਲੇ ਲੀਗਲ ਕੰਮ ਨਾ। ਮਾਈਨਿੰਗ ਮਾਫੀਆ ਹੀ ਰਵੇ, ਮਾਈਨਿੰਗ ਇੰਡਸਟਰੀ ਨਾ ਬਣ ਜਾਵੇ। ਇਸ ਕਰਕੇ ਤੁਸੀਂ ਪਰ ਘਬਰਾਓ ਨਾ, ਅਸੀਂ ਕਮਿਟਡ ਹੈ। ਜੀ ਪਿਛਲੀ ਸਰਕਾਰ ਦੇ ਵਿੱਚ ਇਲੀਗਲ ਮਾਈਨਿੰਗ ਨੂੰ ਲੈ ਕੇ ਕਈ ਮੰਤਰੀ ਦਾ ਨਾਮ ਤੁਸੀਂ ਪ੍ਰਚਾਰ ਜਦੋਂ ਕਰਦੇ ਸੀ ਉਸ ਲਈ ਕਿਹਾ ਵੀ ਸੀਗਾ, ਉਸ ਚੀਜ਼ ਦਾ ਖੁਲਾਸਾ ਕਰ ਦੋਗਾ? ਸਭ ਤੇ ਕੰਮ ਹੋਊਗਾ ਜੀ। ਪਹਿਲੇ ਮੇਰੀ ਪ੍ਰਾਇੋਰਟੀ ਹੈ ਆਪਣਾ ਖਜ਼ਾਨਾ ਭਰਨਾ, ਦੂਜੀ ਪ੍ਰਾਇੋਰਟੀ ਹੈ ਲੋਕਾਂ ਨੂੰ ਸਸਤੇ ਰੇਟ ਤੇ ਰੇਤਾ ਬਜਰੀ ਦੇਣਾ। ਆਉਣ ਵਾਲੇ ਦਿਨਾਂ 'ਚ ਸਾਡੀ ਕੋਸ਼ਿਸ਼ ਹੈ ਤੇ ਅਸੀਂ ਦਿਨ ਰਾਤ ਅਸੀਂ ਕੰਮ ਕਰ ਰਹੇ ਹਾਂ ਕਿ ਆਉਣ ਵਾਲੇ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ 'ਚ ਤੁਹਾਨੂੰ ਦੱਸ ਦਈਏ, ਤੁਸੀਂ ਜਾ ਕੇ ਆਪ ਕਹਿ ਲਓ ਕਿ ਜੀ ਹਾਂ 9 ਰੁਪਏ ਰੇਤਾ ਇੱਥੋਂ ਮਿਲਦਾ ਹੈ। ਹੁਣ ਕੀ ਹੈ, ਅਸੀਂ ਤਾਂ 9 ਰੁਪਏ ਰੇਤਾ ਵੇਚ ਰਹੇ ਹਾਂ, ਪਰ ਕੋਈ ਟਰਾਂਸਪੋਰਟਰ, ਕੋਈ ਪਿੰਡ ਵਾਲੇ, ਕੋਈ ਲੋਕਲ ਬੰਦੇ ਉੱਥੇ ਹੋਰ ਟੈਕਸ ਲਾ ਕੇ ਆਮ ਜਨਤਾ ਨੂੰ ਉਹਦਾ ਰਿਲੀਫ ਨਹੀਂ ਮਿਲ ਰਿਹਾ। ਤਾਂ ਉਹਦੇ ਵਿੱਚ ਸੁਸਾਇਟੀ ਨੂੰ ਵੀ ਸਾਥ ਦੇਣਾ ਪੈਣਾ, ਮੀਡੀਆ ਨੂੰ ਵੀ ਸਾਥ ਦੇਣਾ ਪੈਣਾ। ਅਸੀਂ ਕਮਿਟਡ ਹੈ, ਅਸੀਂ ਇਸ ਮਾਫੀਆ ਨੂੰ ਖਤਮ ਕਰਕੇ ਇੰਡਸਟਰੀ ਬਣਾਉਣਾ ਅਸੀਂ ਕਮਿਟਡ ਹੈ। ਪਰ ਕਈ ਵਾਰੀ ਬਹੁਤ ਸਾਰੇ ਜਿਹੜੇ ਸ਼ਰਾਰਤੀ ਅਨਸਰ ਹੈ ਉਹ ਚਾਹੁੰਦੇ ਆ ਫੇਲ ਹੋ ਜਾਓ, ਕਿ ਜਿਵੇਂ ਪਹਿਲਾਂ ਚੱਲਦਾ ਸੀ ਉੱਦਾਂ ਹੀ ਮੌਜਾਂ ਮਾਣੀ ਜਾਈਏ। ਉਹਦੇ ਵਿੱਚ ਪੋਲੀਟੀਸ਼ੀਅਨ ਵੀ ਇਨਵੋਲਵਡ ਹੈ, ਕੁਝ ਹੋ ਸਕਦਾ, ਕੁਝ ਜਿਹੜਾ ਮਾਫੀਆ ਦੇ ਪਿੰਡ ਦੇ ਲੋਕਲ ਬੰਦੇ ਹੁੰਦੇ ਉਹ ਕੁਝ ਇਨਵੋਲਵਡ ਹੁੰਦੇ ਆ, ਕੁਝ ਬਲੈਕਮੇਲਰਸ ਇਨਵੋਲਵਡ ਹੈ, ਸੌਰੀ ਟੂ ਸੇ ਕੁਝ ਮੀਡੀਆ ਦੇ ਸਾਥੀ ਵੀ ਇਨਵੋਲਵਡ ਹੈ। ਤਾਂ ਉਹ ਅਸੀਂ ਸਭ ਨੂੰ ਸਾਫ਼ ਕਰਾਂਗੇ। ਹੁਣ ਸਭ ਨੂੰ ਸੱਦਾ ਜੀ, ਬਾਕੀ ਫਿਰ ਸਵਾਲ ਕਰਨ ਆਓ ਉੱਥੇ। मंत्री साहब एक और क्वेश्चन, मंत्री साहब एक चीज़ और, जो बीजेपी के ऊपर आप लोगों ने ਮੈਂ ਸਰ ਤੁਹਾਨੂੰ ਬੀਜੇਪੀ ਦੇ ਦੱਸ ਦੇਵਾਂ, ਆਪਰੇਸ਼ਨ ਲੋਟਸ ਦਾ ਪ੍ਰੂਫ ਜੇ ਕਿਸੇ ਨੇ ਦੇਖਣਾ ਸੋਚ ਕੇ ਦੇਖੋ ਜੀ। ਪੰਜਾਬ ਦੇ ਨਾਲ ਹੀ ਇਲੈਕਸ਼ਨ ਹੋਇਆ ਸੀ ਗੋਆ ਦੇ ਵਿੱਚ, ਬੀਜੇਪੀ ਦੇ ਉਮੀਦਵਾਰ ਵੀ ਲੜੇ ਹੋਣਗੇ ਕਾਂਗਰਸ ਦੇ ਉਮੀਦਵਾਰਾਂ ਦੇ ਖਿਲਾਫ। 8 ਐਮਐਲਏ ਤੇ ਉਦੋਂ ਬੀਜੇਪੀ ਦੇ ਉਮੀਦਵਾਰਾਂ ਨੇ ਕਿੰਨਾ ਪ੍ਰਚਾਰ ਕੀਤਾ ਹੋਊਗਾ ਉਹਨਾਂ ਦੇ ਖਿਲਾਫ ਕਿ ਉਹ ਚੋਰ ਨੇ, ਠੱਗ ਨੇ, ਤਾਂ ਉਹਨੂੰ ਵੋਟ ਨਾ ਪਾਓ। ਉਹੀ 8 ਐਮਐਲਏ ਕੱਲ ਮੁੱਖ ਮੰਤਰੀ ਨੇ ਪਰਸੋਂ ਮੁੱਖ ਮੰਤਰੀ ਗੋਆ ਨੇ ਜੁਆਇਨ ਕਰਾ ਲਈ। ਤੇ ਕਾਂਗਰਸ ਉਹਨਾਂ ਐਮਐਲਏਆਂ ਨੂੰ ਮੰਦਿਰ 'ਚ ਵੀ ਲੈ ਕੇ ਗਈ ਸੀ, ਚਰਚ 'ਚ ਵੀ ਲੈ ਕੇ ਗਈ ਸੀ ਤੇ ਮਸਜਿਦ 'ਚ ਵੀ ਲੈ ਕੇ ਗਈ ਤੇ ਸੌਂ ਖਵਾਈ ਸੀ। ਪਰ ਆਪਰੇਸ਼ਨ ਲੋਟਸ ਇੰਨਾ ਪਾਵਰਫੁਲ ਹੈ ਕਿ ਉਹ 8 ਦੇ 8 ਆ ਗਏ। ਹੁਣ ਕਿਉਂ ਆ ਗਏ ਜੀ? ਇਕੱਲੇ 8 ਨਹੀਂ, ਇਹੀ ਗੱਲ ਅਸਾਮ 'ਚ ਹੋਈ ਹੈ, ਇਹ ਗੱਲ ਨਾਰਥ ਈਸਟ ਹੋਈ ਹੈ, ਇਹ ਗੱਲ ਮਹਾਰਾਸ਼ਟਰ 'ਚ ਹੋਈ ਹੈ, ਇਹ ਗੱਲ ਮੱਧ ਪ੍ਰਦੇਸ਼ 'ਚ ਹੋਈ ਹੈ। ਸੋ ਬੀਜੇਪੀ
ਦਾ ਇੱਕੋ ਹੀ ਮਕਸਦ ਹੈ ਕਿ ਜਿਵੇਂ ਮਰਜ਼ੀ ਕਰਕੇ ਬਾਈ ਹੁੱਕ ਔਰ ਬਾਈ ਕ੍ਰੁਕ, ਬਾਈ ਸਟਿਕ ਔਰ ਬਾਈ ਬਿਸਕਿਟ, ਜਾਂ ਡਰਾ ਲਓ ਜਾਂ ਬਿਸਕੁਟ ਪਾ ਲਓ, ਜਾਂ ਲਾਠੀ ਮਾਰ ਲਓ ਜਾਂ ਬਿਸਕੁਟ ਪਾ ਲਓ। ਈਡੀ ਦਾ ਮਜ਼ਾਕ ਬਣਾ ਦਿੱਤਾ। ਅਗਰ ਈਡੀ ਸੱਚੀ, ਮੇਰੀ ਗੱਲ ਦੱਸੋ ਜੀ, ਅਗਰ ਈਡੀ ਇੰਨੀ ਸ਼ਾਨਦਾਰ ਕੰਮ ਕਰਦੀ ਹੈ ਤਾਂ ਦੇਸ਼ 'ਚੋਂ ਭ੍ਰਿਸ਼ਟਾਚਾਰ ਕਿਉਂ ਨਹੀਂ ਖਤਮ ਹੋ ਰਿਹਾ? ਪਿਕ ਐਂਡ ਚੂਜ਼ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਨਹੀਂ ਬਣ ਗਿਆ, ਉਹ ਇਨਫੋਰਸਮੈਂਟ ਪੋਲੀਟੀਕੇਟ ਬਣ ਗਿਆ ਕਿ ਜਿਹੜੀ ਮਰਜ਼ੀ ਜਿੱਥੇ ਸਰਕਾਰ ਸਿੱਟਣੀ ਹੈ ਪਹਿਲਾਂ 25 ਕਰੋੜ ਦਾ ਆਫਰ ਦੇ ਦਿਓ, 25 ਕਰੋੜ 'ਚ ਨਹੀਂ ਬਣਦਾ ਤਾਂ ਈਡੀ ਭੇਜ ਦਿਓ। ਹੁਣ ਮੇਰੇ ਤੋਂ ਲਿਖ ਕੇ ਲੈ ਲਓ, ਤੁਸੀਂ ਲਿਖ ਕੇ ਲੈ ਲਓ ਜੀ। ਹੁਣ ਆਪਰੇਸ਼ਨ ਲੋਟਸ ਪੈਸਿਆਂ ਵੱਲੋਂ ਫੇਲ ਹੋ ਗਿਆ, ਹੁਣ ਪੰਜਾਬ 'ਚ ਈਡੀਆਈ ਤੇ ਸੀਬੀਆਈ ਦਾ ਦੌਰ ਸ਼ੁਰੂ ਹੋਊਗਾ। ਪਰ ਇਹ ਜੋ ਮਰਜ਼ੀ ਕਰ ਲੈਣ, ਪੰਜਾਬੀਆਂ ਨੇ ਪੱਤਰਕਾਰਾਂ ਦੀ ਸੂਚੀ ਸਾਰੇ, ਯਾਨੀ ਸਭ ਤੋਂ ਪਹਿਲਾਂ ਅੰਗਰੇਜ਼ ਪੰਜਾਬੀਆਂ ਨੇ, ਯਾਨੀ ਪੰਜਾਬੀ ਹਮੇਸ਼ਾ ਅੱਗੇ ਰਹੇ ਨੇ। ਇਹ ਜਿਹੜਾ ਇਹਨਾਂ ਦਾ ਈਡੀ ਵਾਲਾ ਤੇ ਆਪਰੇਸ਼ਨ ਲੋਟਸ ਦਾ ਜਿਹੜਾ ਤੋੜ ਹੈ ਉਹ ਸਿਰਫ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਲੱਭ ਸਕਦੇ ਆ। ਦੂਜੀ ਗੱਲ ਮੈਂ ਇੱਕ ਹੋਰ ਤੁਹਾਨੂੰ ਦੱਸ ਦਵਾਂ, ਜਦੋਂ ਵੀ ਕੋਈ ਲੀਡਰ ਨੂੰ ਆਪਣੀ ਕੁਰਸੀ ਖਤਰੇ 'ਚ ਲੱਗਦੀ ਹੈ ਨਾ, ਉਹ ਇਦਾਂ ਦੀ ਹਰਕਤਾਂ ਦੇ ਉਤਰ ਆਉਂਦਾ। 2024 ਦੇ ਵਿੱਚ ਦੇਸ਼ ਨਵਾਂ ਲੀਡਰ ਦੀ ਭਾਲ ਕਰ ਰਿਹਾ ਤੇ ਦੇਸ਼ ਅਰਵਿੰਦ ਕੇਜਰੀਵਾਲ ਦੀ ਦੇਖ ਰਿਹਾ। 18 ਨੂੰ ਜਿਹੜੀ ਮੀਟਿੰਗ ਹੋਈ ਹੈ, ਕੀ ਮੀਟਿੰਗ ਹੋਈ ਹੈ, ਸਾਰਾ ਨੂੰ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਵਿਜੀਲੈਂਸ ਦਾ ਡਰਾਵਾ ਦੇ ਰਹੀ ਹੈ। ਸਰ ਮੇਰੀ ਗੱਲ ਸੁਣੋ ਜੀ, ਸਭ ਨੂੰ ਪਤਾ ਜੰਗਲਾਤ ਘੁਟਾਲਾ, ਸਭ ਨੂੰ ਪਤਾ ਇਲੀਗਲ ਮਾਈਨਿੰਗ, ਕੁਝ ਛੱਡਿਆ ਹੀ ਨਹੀਂ। ਸਭ ਨੂੰ ਪਤਾ ਕਿ ਜੀ ਤੁਹਾਡੇ ਲੁਧਿਆਣੇ ਦੇ ਜਿਹੜੇ ਸਾਬਕਾ ਮੰਤਰੀ ਸਾਹਿਬ ਸੀ ਕੀ ਕਰਕੇ ਕਿੱਥੇ ਪ੍ਰਾਪਰਟੀਆਂ ਖਰੀਦ ਗਏ। ਉਹ ਤਾਂ ਔਨ ਪੇਪਰ ਹੈ ਜੀ। ਜਿਹੜਾ ਇਮਾਨਦਾਰ ਹੁੰਦਾ ਉਹ 'ਚ ਇਮਾਨਦਾਰੀ ਦੀ ਖੁਸ਼ਬੂ ਆਉਂਦੀ ਹੈ, ਉਸ ਦੀ ਅੱਖਾਂ ਦੇ ਵਿੱਚ ਇੱਕ ਜੋਸ਼ ਹੁੰਦਾ। ਜੇਕਰ ਉਹ ਇੰਨੇ ਕੁ ਇਮਾਨਦਾਰ ਹੈ ਤਾਂ ਪਤਾ ਸਾਰਿਆਂ ਲੁੱਟ ਕੇ ਖਾ ਗਏ ਜੀ ਪੰਜਾਬ ਨੂੰ। ਤਾਂ ਕੋਈ ਵਿਜੀਲੈਂਸ ਆਪਣਾ ਕੰਮ ਕਰਦੀ ਹੈ, ਥੋਰੋ ਕਰਦੀ ਹੈ, ਤੇ ਵਿਜੀਲੈਂਸ ਇਹ ਨਹੀਂ ਉਹਨਾਂ ਦੇ ਉੱਤੇ ਵੀ ਹਰਜੋਤ ਜੀ 18 ਨੂੰ ਦਿੱਲੀ ਦਾ ਕੀ ਪਤਾ ਹੈਗਾ ਕੀ ਮੀਟਿੰਗ ਹੋਣੀ ਹੈ? ਕੋਈ ਨਹੀਂ ਬਖਸ਼ਿਆ ਜਾਊਗਾ ਸਰ। ਬਿਲਕੁਲ ਕੋਈ ਨਹੀਂ।